Hello everyone, welcome back to my YouTube channel. Today we are going to start our Physics Unit 1 Electrostatics Chapter 1 Coulomb's Law. So first of all we will do meaning of electrostatics. ਜਿਹੜੇ ਕਿ ਆਪਣੀ यूनिट का नाम है electrostatics ਦਾ मीनिंग क्लीयर होना बहुत ज़रूरी है. Electro means charges, statics means at rest. So overall electrostatics ਨੂੰ ਅਸੀਂ ਕੀ ਕਹਿ ਸਕਦੇ ਹਾਂ, स्टडी ऑफ चार्जिस एट रेस्ट. ठीक है, इलैक्ट्रोस्टैटिक का पूरा मीनिंग हो जाएगा स्टडी ऑफ चार्जिस एट रेस्ट. ठीक है, नैक्सट है अपने को चार्ज. व्हाट डू यू मीन बाय चार्ज? असी दो बॉडीज़ लत्तियाँ ने, बॉडी ए एंड बॉडी बी. ठीक है, बॉडी ए बॉडी बी दे अंदर मान लो बॉडी बी दे विच बॉडी ए दे कारण अट्रैक्शन शो हो रही है या फिर रिपल्शन शो हो रही है. मीनस बॉडी ए या इसनों अट्रैक्ट कर रही है या रिपेल कर रही है. ਇਹਦਾ मतलब बॉडी ए ਕੋਲੇ कोई ना कोई ਤਾਂ एनर्जी होएगी ਜਿਹਦੇ ਨਾਲ ਇਹ अट्रैक्शन या रिपल्शन शो कर रही है. बॉडी बी ਦੇ ਅੰਦਰ ਇਸ ਦੇ ਕਾਰਨ ए बॉडी ਦੇ ਕਾਰਨ बी बॉडी ਦੇ ਵਿੱਚ अट्रैक्शन या रिपल्शन आ रही है. मीनस ए बॉडी ਕੋਲ कोई एनर्जी है, उस एनर्जी ਨੂੰ ਜਿਹੜੀ एनर्जी ਦੇ ਕਾਰਨ ए बॉडी बी बॉडी ਨੂੰ अट्रैक्ट या फिर रिपेल कर सकती है. ए बॉडी भी ले सकते हैं, बी बॉडी भी ले सकते हैं, नो डाउट. ठीक है, ए बॉडी बी बॉडी ਨੂੰ अट्रैक्ट या रिपेल कर रही है, उस एनर्जी ਨੂੰ ਅਸੀਂ चार्ज कहते हैं. ठीक है, ਜਿਹੜਾ ਚਾਰਜ ਹੈ ਆਪਣੇ ਕੋਲ ਉਹ ਇੱਕ ਸਕੇਲਰ ਕੁਆਂਟੀਟੀ ਹੁੰਦੀ ਹੈ. ਸਕੇਲਰ ਕੁਆਂਟੀਟੀ ਕਿਹੜੀ ਹੁੰਦੀ ਆ, ਤੁਸੀਂ ਲੋਅਰ ਕਲਾਸਿਸ ਦੇ ਵਿੱਚ ਵੀ ਕੀਤਾ ਹੋਇਆ. ਸਕੇਲਰ ਕੁਆਂਟੀਟੀ ਉਹ ਹੁੰਦੀ ਹੈ ਜਿਹਦੇ ਕੋਲ ਮੈਗਨੀਟਿਊਡ ਤਾਂ ਹੁੰਦਾ ਬਟ ਡਾਇਰੈਕਸ਼ਨ ਜਿਹੜੀ ਹੈ ਉਹਦੇ ਕੋਲ ਕੋਈ ਨਹੀਂ ਹੁੰਦੀ. ਮੈਗਨੀਟਿਊਡ ਤਾਂ ਹੋਵੇ, डायरैक्शन ਜਿਹਦੇ ਕੋਲ ਨਾ ਹੋਵੇ ਉਸਨੂੰ ਕੀ ਕਹਿੰਦੇ ਨੇ, ਸਕੇਲਰ ਕੁਆਂਟੀਟੀ. ਚਾਰਜ ਜੋ ਹੈ ਸਕੇਲਰ ਕੁਆਂਟੀਟੀ ਹੈ. ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਯੂਨਿਟਸ ਆਫ ਚਾਰਜ. ਤੁਸੀਂ ਇਹ ਵੀ ਗੱਲ ਲੋਅਰ ਕਲਾਸਿਸ ਦੇ ਵਿੱਚ ਪੜ੍ਹੀ ਹੋਏਗੀ ਵੀ ਚਾਰਜ ਦੀ ਯੂਨਿਟ ਐਸਆਈ ਯੂਨਿਟ ਜਿਹੜੀ ਹੁੰਦੀ ਹੈ ਉਹ ਆਪਣੇ ਕੋਲ ਕੂਲਮ ਹੁੰਦੀ ਹੈ, ਜਿਹੜੀ ਕਿ ਆਪਾਂ ਕੈਪੀਟਲ ਸੀ ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ. ਠੀਕ ਹੈ, ਐਸਆਈ ਯੂਨਿਟ ਤਾਂ ਕੂਲਮ ਹੋ ਜਾਏਗੀ ਬਟ ਜਿਹੜੀ ਇਸ ਦੀ ਸੀਜੀਐਸ ਯੂਨਿਟ ਹੋਏਗੀ ਉਹ ਹੋਏਗੀ ਸਟੈਟ ਕੂਲਮ. ਸੀਜੀਐਸ ਯੂਨਿਟ ਸਟੈਟ ਕੂਲਮ. ਠੀਕ ਹੈ, ਹੁਣ ਆਪਾਂ ਦੇਖੀਏ 1 ਸਟੈਟ ਕੂਲਮ ਕਿੰਨੇ ਕੂਲਮ ਦੇ ਇਕੁਅਲ ਹੋਏਗਾ. 1 ਸਟੈਟ ਕੂਲਮ 3 × 10⁻9 ਕੂਲਮ ਦੇ ਇਕੁਅਲ ਹੋਏਗਾ. ਠੀਕ ਹੈ, ਇੱਥੇ ਹੀ ਆਪਾਂ ਡਾਇਮੈਂਸ਼ਨਸ ਦੀ ਵੀ ਗੱਲ ਕਰ ਲੈਂਦੇ ਹਾਂ, ਚਾਰਜ ਦੇ ਡਾਇਮੈਂਸ਼ਨਸ ਦੀ ਗੱਲ ਕਰ ਲੈਂਦੇ ਹਾਂ. ਠੀਕ ਹੈ, ਲੋਅਰ ਕਲਾਸਿਸ ਦੇ ਵਿੱਚ ਆਪਾਂ ਪੜ੍ਹਦੇ ਆਏ ਹਾਂ ਕਿ ਕਰੰਟ ਜਿਹੜਾ ਹੈ ਉਹ ਚਾਰਜ ਅਪੋਨ ਟਾਈਮ ਦੇ ਇਕੁਅਲ ਹੁੰਦਾ ਹੈ. ਦੈਟ ਇਜ਼ ਫਾਰਮੂਲਾ, ਵੀ ਹੈਵ ਟੂ ਲਰਨ ਇਟ. ਠੀਕ ਹੈ, ਆਪਾਂ ਡੈਫੀਨੇਸ਼ਨ ਕਰ ਰਹੇ ਹਾਂ ਚਾਰਜ ਦੀ. ਆਪਾਂ ਡੈਫੀਨੇਸ਼ਨ ਕੀਤੀ ਹੈ ਚਾਰਜ ਦੀ. ਠੀਕ ਹੈ, ਚਾਰਜ ਦੀ ਡੈਫੀਨੇਸ਼ਨ ਕਰ ਰਹੇ ਹਾਂ ਤਾਂ ਆਪਾਂ ਡਾਇਮੈਂਸ਼ਨਸ ਵੀ ਚਾਰਜ ਦੀਆਂ ਹੀ ਕੱਢਾਂਗੇ. ਚਾਰਜ ਨੂੰ ਲੈਫਟ ਹੈਂਡ ਸਾਈਡ ਰੱਖਾਂਗੇ ਤਾਂ ਕੀ ਬਣ ਜਾਏਗਾ, ਕਰੰਟ ਇਨਟੂ ਟੀ. ਕਰੰਟ ਦੀ ਡਾਇਮੈਂਸ਼ਨਸ ਕੀ ਹੁੰਦੀਆਂ ਨੇ, ਐਂਪੀਅਰ ਹੁੰਦੇ ਆ. ਠੀਕ ਹੈ, ਟਾਈਮ ਦੀ ਟੀ. ਸੋ ਚਾਰਜ ਦੀ ਡਾਇਮੈਂਸ਼ਨਸ ਕੀ ਆ ਜਾਣਗੀਆਂ, A1 T1. ਠੀਕ ਹੈ, ਨੈਕਸਟ ਹੈ ਟਾਈਪਸ ਆਫ ਚਾਰਜ. ਟਾਈਪਸ ਆਫ ਚਾਰਜ 2 ਟਾਈਪਸ ਦੇ ਹੁੰਦੇ ਆ ਚਾਰਜਸ. ਫਸਟ ਪੋਜ਼ਿਟਿਵ, ਸੈਕਿੰਡ ਨੈਗੇਟਿਵ. ਠੀਕ ਹੈ, ਆਪਾਂ ਇਹ ਗੱਲ ਲੋਅਰ ਕਲਾਸਿਸ ਦੇ ਵਿੱਚ ਸਟੱਡੀ ਕੀਤੀ ਹੋਈ ਹੈ ਕਿ ਅਗਰ ਪੋਜ਼ਿਟਿਵ ਨਾਲ ਨੈਗੇਟਿਵ ਸਾਈਨ ਹੋਵੇ ਐਂਡ ਨੈਗੇਟਿਵ ਨਾਲ ਪੋਜ਼ਿਟਿਵ ਹੋਵੇ, ਇਸ ਨੂੰ ਆਪਾਂ ਫਸਟ ਸਟੈਪ ਮੰਨ ਲੈਂਦੇ ਹਾਂ, ਦੇ ਵਿਲ ਸ਼ੋ ਅਟਰੈਕਸ਼ਨ. ਇਹ ਗੱਲ ਸਾਰਿਆਂ ਨੂੰ ਕਲੀਅਰ ਹੈ. ਪੋਜ਼ਿਟਿਵ ਨਾਲ ਜੇ ਨੈਗੇਟਿਵ ਹੋਵੇ ਜਾਂ ਫਿਰ ਨੈਗੇਟਿਵ ਨਾਲ ਪੋਜ਼ਿਟਿਵ ਹੋਵੇ ਉਹ ਅਟਰੈਕਸ਼ਨ ਸ਼ੋ ਕਰੇਗਾ. ਠੀਕ ਹੈ, ਬਟ ਸੈਕਿੰਡ ਕੇਸ ਦੇ ਵਿੱਚ ਦੋ ਹੀ ਆਪਾਂ ਸਿਮਿਲਰ ਚਾਰਜਸ ਲੈ ਲਈਏ, ਪੋਜ਼ਿਟਿਵ ਨਾਲ ਪੋਜ਼ਿਟਿਵ, ਨੈਗੇਟਿਵ ਨਾਲ ਨੈਗੇਟਿਵ. ਸੈਕਿੰਡ ਸਟੈਪ ਲੈ ਲਿਆ ਆਪਾਂ, ਸੈਕਿੰਡ ਕੇਸ. ਇਹ ਕੀ ਸ਼ੋ ਕਰਨਗੇ, ਪੋਜ਼ਿਟਿਵ ਨਾਲ ਪੋਜ਼ਿਟਿਵ ਹੈ, ਨੈਗੇਟਿਵ ਨਾਲ ਨੈਗੇਟਿਵ ਹੈ, ਦੇ ਵਿਲ ਸ਼ੋ ਰਿਪਲਸ਼ਨ. ਠੀਕ ਹੈ, ਜਿਹੜੇ ਆਪਾਂ ਇਹ ਵੀ ਪੜ੍ਹਦੇ ਆਏ ਹਾਂ ਕਿ ਲਾਈਕ ਚਾਰਜਸ, ਇਹਨਾਂ ਦੋਹਾਂ ਦੇ ਵਿੱਚ ਲਾਈਕ ਚਾਰਜਸ ਕਿਹੜੇ ਹੋਣਗੇ, ਇਹ ਵਾਲੇ. ਲਾਈਕ ਚਾਰਜਸ ਮੀਨਸ ਸਿਮਿਲਰ ਚਾਰਜਸ. ਠੀਕ ਹੈ, ਲਾਈਕ ਚਾਰਜਸ ਜਿਹੜੇ ਨੇ ਉਹ ਇਹ ਵਾਲੇ ਨੇ, ਰਿਪੈਲਸ਼ਨ ਸ਼ੋ ਕਰਦੇ ਆ ਜਿਹੜੇ, ਕਿਉਂਕਿ ਇਹ ਦੋਹੇ ਸਿਮਿਲਰ ਚਾਰਜਸ ਨੇ.
ਪੋਜ਼ਿਟਿਵ ਨਾਲ ਪੋਜ਼ਿਟਿਵ ਹੈ, ਨੈਗੇਟਿਵ ਨਾਲ ਨੈਗੇਟਿਵ ਹੈ, ਔਰ ਇਹਨਾਂ ਨੂੰ ਆਪਾਂ ਕੀ ਕਹਿ ਸਕਦੇ ਹਾਂ, ਸਿਮਿਲਰ ਚਾਰजेस। ਠੀਕ ਹੈ, ਬਟ ਫਸਟ ਕੇਸ ਵਾਲੇ ਜਿਹੜੇ ਆਪਣੇ ਕੋਲ ਚਾਰजेस ਸੀਗੇ ਉਹ ਅਟਰੈਕਸ਼ਨ ਸ਼ੋ ਕਰ ਰਹੇ ਨੇ। ਕਿਉਂ ਅਟਰੈਕਸ਼ਨ ਸ਼ੋ ਕਰ ਰਹੇ ਨੇ? ਇੱਕ ਪੋਜ਼ਿਟਿਵ ਹੈ, ਇੱਕ ਨੈਗੇਟਿਵ ਹੈ, ਮੀਨਸ ਉਹ ਚਾਰजेस ਸਿਮਿਲਰ ਨਹੀਂ ਹੈਗੇ, ਉਹਨਾਂ ਨੂੰ ਆਪਾਂ ਇੱਕ ਨੋਨ ਸਿਮਿਲਰ ਚਾਰजेस ਕਹਿ ਸਕਦੇ ਹਾਂ, ਨੋਨ ਸਿਮਿਲਰ ਨੇ। ਦੂਜੀ ਗੱਲ, ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਦੇ ਆਰ ਅਨਲਾਈਕ ਚਾਰजेस। ਆਪਾਂ ਛੋਟੀ ਕਲਾਸਿਸ ਦੇ ਵਿੱਚ ਪੜ੍ਹਦੇ ਆਏ ਹਾਂ ਕਿ ਲਾਈਕ ਚਾਰजेस ਨੇ ਜਿਹੜੇ ਇਹ ਵਾਲੇ ਉਹ ਰਿਪੈਲ ਕਰਦੇ ਆ ਐਂਡ ਅਨਲਾਈਕ ਚਾਰजेस ਅਟਰੈਕਟ ਕਰਦੇ ਆ। ਠੀਕ ਹੈ, ਇਹ ਗੱਲ ਇੱਥੇ ਕਲੀਅਰ ਹੋ ਚੁੱਕੀ ਹੈ। ਲਾਈਕ ਚਾਰजेस ਰਿਪੈਲ ਈਚ ਅਦਰ ਐਂਡ ਅਨਲਾਈਕ ਚਾਰजेस ਅਟਰੈਕਟ ਈਚ ਅਦਰ। ਨੈਕਸਟ ਆਪਣੇ ਕੋਲ ਡੈਫੀਨੇਸ਼ਨ ਹੈ ਕੰਡਕਟਰਸ ਦੀ। ਕੰਡਕਟਰਸ ਕੀ ਹੁੰਦੇ ਨੇ? ਕੰਡਕਟਰਸ ਆਰ ਦੋਜ਼ ਮਟੀਰੀਅਲਸ ਜਿਹੜੇ ਕਿ ਆਪਣੇ ਵਿੱਚੋਂ ਦੀ ਇਲੈਕਟ੍ਰਿਕ ਕਰੰਟ ਨੂੰ ਪਾਸ ਹੋਣ ਦੇਣ। ਠੀਕ ਹੈ, ਕੰਡਕਟਰਸ ਆਰ ਦੋਜ਼ ਮਟੀਰੀਅਲਸ ਵਿਚ ਅਲਾਉ ਦ ਫਲੋ ਆਫ ਕਰੰਟ, ਫਲੋ ਆਫ ਇਲੈਕਟ੍ਰਿਕ ਕਰੰਟ ਟੂ ਪਾਸ ਥਰੂ ਦੈਮ। ਠੀਕ ਹੈ, ਅਤੇ ਇਹ ਗੱਲ ਆਪਾਂ ਯਾਦ ਰੱਖਣੀ ਹੈ ਕਿ ਕੰਡਕਟਰਸ ਦੇ ਵਿੱਚ ਫ੍ਰੀ ਇਲੈਕਟ੍ਰੋਨਸ ਪਏ ਹੁੰਦੇ ਆ। ਫ੍ਰੀ ਇਲੈਕਟ੍ਰੋਨਸ ਮੀਨਸ ਦੇ ਆਰ ਫ੍ਰੀ ਟੂ ਮੂਵ ਐਨੀਵੇਅਰ। ਠੀਕ ਹੈ, ਇਹ ਮਤਲਬ ਚੱਲ ਕੇ ਕਿਤੇ ਵੀ ਜਾ ਸਕਦੇ ਨੇ, ਹੋਲ ਕੰਡਕਟਰ ਦੇ ਵਿੱਚ ਕਿਤੇ ਵੀ ਮੂਵ ਕਰ ਸਕਦੇ ਨੇ। ਦੇ ਆਰ ਫ੍ਰੀ ਇਲੈਕਟ੍ਰੋਨਸ। ਠੀਕ ਹੈ, ਨੈਕਸਟ ਲਾਈਨ ਦੇ ਵਿੱਚ ਵੀ ਇਹੀ ਗੱਲ ਲਿਖੀ ਹੈ, these electrons are free to move about in whole conductor। ਸਾਰੇ ਪੂਰੇ ਮਤਲਬ ਕੰਡਕਟਰ ਦੇ ਵਿੱਚ ਕਿਤੇ ਵੀ ਮੂਵ ਕਰ ਸਕਦੇ ਆ, ਫ੍ਰੀ ਇਲੈਕਟ੍ਰੋਨਸ ਹੁੰਦੇ ਆ। ਐਂਡ ਕੈਨ ਬੀ ਟਰਾਂਸਫਰਡ ਈਜ਼ੀਲੀ ਆਊਟ ਆਫ ਕੰਡਕਟਰ। ਮੰਨ ਲਓ ਅਸੀਂ ਕਿਸੇ ਕੰਡਕਟਰ ਦੇ ਵਿੱਚੋਂ ਇਲੈਕਟ੍ਰੋਨਸ ਨੂੰ ਬਾਹਰ ਕੱਢਣਾ ਹੋਵੇ ਤਾਂ ਹੀ ਛੋਟੀ ਜਿਹੀ ਐਨਰਜੀ ਦੇਣ ਦੇ ਨਾਲ ਹੀ, ਬਾਈ ਸਪਲਾਈਂਗ ਸਮੋਲ ਅਮਾਊਂਟ ਆਫ ਐਨਰਜੀ ਜਾਂ ਫਿਰ ਚਾਰਜ ਆਪਾਂ ਕਹਿ ਸਕਦੇ, ਸਮੋਲ ਅਮਾਊਂਟ ਆਫ ਚਾਰਜ ਦੇਣ ਦੇ ਨਾਲ ਅਸੀਂ ਫ੍ਰੀ ਇਲੈਕਟ੍ਰੋਨਸ ਨੂੰ ਕੰਡਕਟਰ ਤੋਂ ਬਾਹਰ ਕੱਢ ਸਕਦੇ ਹਾਂ। ਠੀਕ ਹੈ, ਇਹ ਫ੍ਰੀ ਇਲੈਕਟ੍ਰੋਨਸ ਨੇ, ਈਜ਼ੀਲੀ ਮੂਵ ਕਰ ਸਕਦੇ ਨੇ, ਇਹਨਾਂ ਨੂੰ ਅਸੀਂ ਈਜ਼ੀਲੀ ਬਾਹਰ ਵੀ ਕੱਢ ਸਕਦੇ ਹਾਂ। ਸੋ ਇਹਨਾਂ ਨੂੰ ਆਪਾਂ ਓਵਰਆਲ ਕਹਿ ਕੀ ਸਕਦੇ ਹਾਂ, ਦੇ ਆਰ ਨੋਨ ਐਜ਼ ਮੋਬਾਈਲ ਚਾਰजेस, ਮੀਨਸ ਮੂਵੇਬਲ ਚਾਰजेस। ਠੀਕ ਹੈ, ਇਹਦੀ ਐਗਜ਼ਾਮਪਲਸ ਦੇਖਦੇ ਹਾਂ ਆਪਾਂ ਕੰਡਕਟਰਸ ਦੀਆਂ। 2 ਐਗਜ਼ਾਮਪਲਸ ਨੇ, ਗੋਲਡ ਐਂਡ ਕਾਪਰ। ਜਿਹੜਾ ਗੋਲਡ ਹੈ ਉਹ ਬੈਸਟੈਸਟ ਕੰਡਕਟਰ ਹੁੰਦਾ ਹੈ, ਬੈਸਟੈਸਟ ਕੰਡਕਟਰ। ਠੀਕ ਹੈ, ਗੋਲਡ ਤਾਂ ਸਾਰੇ ਕਿਤੇ ਹੀ ਮਤਲਬ ਆਪਣੇ ਔਰਨਾਮੈਂਟਸ ਦੇ ਵਿੱਚ ਯੂਜ਼ ਹੁੰਦਾ ਹੈ। ਐਂਡ ਜਿਹੜਾ ਕਾਪਰ ਹੈ ਉਹ ਇਨ ਫੈਨਸ ਆਪਾਂ ਯੂਜ਼ ਕਰਦੇ ਹਾਂ, ਫੈਨਸ ਦੇ ਅੰਦਰ ਕਾਪਰ ਦਾ ਯੂਜ਼ ਹੁੰਦਾ ਹੈ। ਠੀਕ ਹੈ, ਕਾਪਰ ਦੀਆਂ ਵਾਇਰਸ ਲੱਗੀਆਂ ਹੁੰਦੀਆਂ। ਨੈਕਸਟ ਡੈਫੀਨੇਸ਼ਨ ਆਪਣੇ ਕੋਲ ਇਨਸੂਲੇਟਰਸ ਦੀ। ਕੰਡਕਟਰ ਦੀ ਜਸਟ ਓਪੋਜ਼ਿਟ। ਕੰਡਕਟਰ ਕੀ ਸੀਗਾ? ਜਿਹੜੇ ਮਟੀਰੀਅਲਸ ਆਪਣੇ ਵਿੱਚੋਂ ਦੀ ਇਲੈਕਟ੍ਰਿਕ ਕਰੰਟ ਨੂੰ ਪਾਸ ਹੋਣ ਦੇਣ, ਦੋਜ਼ ਆਰ ਨੋਨ ਐਜ਼ ਕੰਡਕਟਰਸ। ਠੀਕ ਹੈ, ਬਟ ਇਨਸੂਲੇਟਰਸ ਉਹਦਾ ਓਪੋਜ਼ਿਟ ਹੈ, ਮੀਨਸ ਦੋਜ਼ ਮਟੀਰੀਅਲਸ ਵਿਚ ਡੂ ਨਾਟ ਅਲਾਉ ਦ ਫਲੋ ਆਫ ਇਲੈਕਟ੍ਰਿਕ ਕਰੰਟ ਥਰੂ ਦੈਮ। ਠੀਕ ਹੈ, ਆਪਣੇ ਵਿੱਚੋਂ ਦੀ ਮਤਲਬ ਉਹ ਅਲਾਉ ਹੀ ਨਹੀਂ ਕਰਦੇ ਕਿ ਇਲੈਕਟ੍ਰਿਕ ਕਰੰਟ ਉਹ ਪਾਸ ਕਰ ਸਕਣ। ਠੀਕ ਹੈ, ਕੰਡਕਟਰਸ ਦੇ ਕੇਸ ਦੇ ਵਿੱਚ ਆਪਣੇ ਕੋਲ ਫ੍ਰੀ ਇਲੈਕਟ੍ਰੋਨ ਹੈਗੇ ਸੀ, ਇਨਸੂਲੇਟਰ ਦੇ ਕੇਸ ਦੇ ਵਿੱਚ ਫ੍ਰੀ ਇਲੈਕਟ੍ਰੋਨਸ ਨਹੀਂ ਹੈ, ਐਬਸੈਂਟ ਹੈ। ਠੀਕ ਹੈ, ਮੂਵੇਬਲ ਤਾਂ ਫਿਰ ਕੀ ਹੋਣੇ ਆ, ਫ੍ਰੀ ਇਲੈਕਟ੍ਰੋਨਸ ਹੀ ਹੈ ਨਹੀਂ। ਐਗਜ਼ਾਮਪਲਸ ਨੇ, ਇੱਕ ਗਲਾਸ ਹੈ, ਇੱਕ ਰਬਰ ਹੈ। ਗਲਾਸ, ਰਬਰ, PVC ਜਿਹੜੀ ਹੁੰਦੀ ਹੈ ਇਹਦੀ ਡੈਫੀਨੇਸ਼ਨ ਹੁੰਦੀ ਹੈ, ਮਤਲਬ ਫੁੱਲ ਫਾਰਮ ਪੋਲੀਵਿਨਾਇਲ ਕਲੋਰਾਈਡ। PVC ਜਿਹੜੀ ਆਪਣੇ ਹਾਊਸਿਸ ਦੇ ਵਿੱਚ ਹੁੰਦੀ ਹੈ ਉਹ ਇਨਸੂਲੇਟਰ ਹੈ, ਪੋਲੀਵਿਨਾਇਲ ਕਲੋਰਾਈਡ। ਠੀਕ ਹੈ, ਇਹ ਕੁਝ ਯਾਦ ਰੱਖਣ ਯੋਗ ਗੱਲਾਂ ਹਨ, ਮੀਨਸ ਨਿਊਮੈਰੀਕਲਸ ਦੇ ਵਿੱਚ ਸਾਨੂੰ ਬਹੁਤ ਯੂਜ਼ ਕਰਨਗੀਆਂ ਇਹ ਵੈਲਿਊਜ਼, ਯਾਦ ਕਰ ਲੈਣੀਆਂ ਨੇ। ਇਲੈਕਟ੍ਰੋਨ ਦਾ ਚਾਰਜ -1.6 ਇੰਟੂ 10 ਪਾਵਰ -19 ਕੂਲਮ ਦੇ ਕੋਲ ਹੁੰਦਾ। ਪ੍ਰੋਟੋਨ ਦਾ ਚਾਰਜ ਪੋਜ਼ੀਟਿਵ 1.6 ਇੰਟੂ 10 ਪਾਵਰ -19 ਕੂਲਮ ਦੇ ਕੋਲ ਹੁੰਦਾ। ਇਲੈਕਟ੍ਰੋਨ ਦਾ ਮਾਸ 9.1 ਇੰਟੂ 10 ਪਾਵਰ -31 kg ਹੁੰਦਾ ਹੈ। ਪ੍ਰੋਟੋਨ ਦਾ ਮਾਸ 1.67 ਇੰਟੂ 10 ਪਾਵਰ -27 kg ਹੁੰਦਾ। ਠੀਕ ਹੈ, ਇਹ ਸਾਰੀਆਂ ਗੱਲਾਂ ਤੁਸੀਂ ਰਿਮੈਂਬਰ ਕਰ ਲੈਣੀਆਂ ਨੇ, ਚੰਗੀ ਤਰ੍ਹਾਂ ਰਿਮੈਂਬਰ ਕਰ ਲੈਣੀਆਂ। ਠੀਕ ਹੈ, ਨੈਕਸਟ ਆਪਾਂ ਕਰਦੇ ਹਾਂ, ਹੈਲੋ ਐਵਰੀਵਨ, ਵੈਲਕਮ ਬੈਕ ਟੂ ਮਾਈ YouTube ਚੈਨਲ। ਪਿਛਲੇ ਲੈਕਚਰ ਦੇ ਵਿੱਚ ਅਸੀਂ ਕੰਡਕਟਰਸ ਐਂਡ ਇਨਸੂਲੇਟਰਸ ਦੀ ਡੈਫੀਨੇਸ਼ਨਸ ਕਰ ਲਈਆਂ ਸੀਗੀਆਂ ਐਂਡ ਪਿੱਛੇ ਕੁਝ ਹੋਰ ਡੈਫੀਨੇਸ਼ਨਸ ਕੀਤੀਆਂ ਸੀਗੀਆਂ। ਅਤੇ ਅੱਜ ਦਾ ਆਪਣਾ ਜਿਹੜਾ ਟੌਪਿਕ ਹੈ ਉਹ ਹੈ ਮੈਥਡਸ ਆਫ ਚਾਰਜਿੰਗ ਐਨ ਆਬਜੈਕਟ। ਠੀਕ ਹੈ, ਫਸਟ ਮੈਥਡ ਹੈ ਚਾਰਜਿੰਗ ਬਾਈ ਫ੍ਰਿਕਸ਼ਨ।
फर्स्ट मैथड का नेम है चार्जिंग बाय फ्रिक्शन। ठीक है, मीनस आपां की करते हैं, मैं तुहानूं एक डायग्राम के नाल समझाउंदी हां। दो बॉडीज़ लित्तियां ते उन्हां नूं आपस दे विच रब कीता। टू सूटेबल मटीरीअल्स दियां बॉडीज़ होणीआं चाहीदियां, सूटेबल कंडीशनस दे अंडर इन्हां नूं असीं रब करांगे जदों, तां इन्हां दे विच एक इलैक्ट्रिसिटी प्रोड्यूस होएगी, जिस इलैक्ट्रिसिटी नूं असीं कहांगे फ्रिक्शनल इलैक्ट्रिसिटी। ठीक है, असीं दो बॉडीज़ लित्तियां सूटेबल मटीरीअल्स दियां, सूटेबल कंडीशनस दे अंडर असीं दोहां नूं रब कीता। ठीक है, कॉमन जी एग्जाम्पल है, दोहां नूं रब करांगे, इलैक्ट्रिसिटी प्रोड्यूस हुई, जिस इलैक्ट्रिसिटी नूं असीं कहने फ्रिक्शनल इलैक्ट्रिसिटी। ठीक है, सो डेफिनेशन दे विच भी मैं यही लिखिआ, द इलैक्ट्रिसिटी प्रोड्यूस्ड बाय रबिंग ऑफ टू सूटेबल मटीरीअल्स दी बॉडीज़ होणीआं चाहीदियां, सूटेबल कंडीशनस दे अंडर जदों असीं उन्हां नूं रब करांगे तां उन्हां दे अंदर एक इलैक्ट्रिसिटी प्रोड्यूस होएगी, जिहनूं असीं की कहने आ फ्रिक्शनल इलैक्ट्रिसिटी। ठीक है, दो बॉडीज़ लित्तियां सीगियां असीं दो बॉडीज़ लित्तियां सी, जिन्हां नूं रब कीता, जिस बॉडी नूं असीं रब कीता सीगा, मतलब फस्ट बॉडी, उन्हां दोहां दे विचों एक बॉडी दे अंदर तां पॉजिटिव चार्ज आ जाएगा, क्योंकि मतलब दो बॉडीज़ ने, एक तां दोहां दे रब करन दे नाल एक दे अंदर तां अपने कोल गेन ऑफ इलैक्ट्रॉन्स हो जाएगा। गेन ऑफ इलैक्ट्रॉन्स दे विच जिहदे कोल जिहड़ी बॉडी दे विच गेन ऑफ इलैक्ट्रॉन्स होएगा उहदे कोल नैगेटिव चार्ज आ जाएगा, क्योंकि इलैक्ट्रॉन दे उत्ते चार्ज किहड़ा हुंदा है नैगेटिव। ठीक है, तो जिहड़ी बॉडी दे अंदर लॉस ऑफ इलैक्ट्रॉन होया उहदे अंदर पॉजिटिव चार्ज एग्जिस्ट हो जाएगा। ठीक है, समझ गए तुसीं इस गल नूं? मैं भी इत्थे भी मैं यही लिखिआ, चार्जिंग बाय फ्रिक्शन दे विच फ्रिक्शनल इलैक्ट्रिसिटी तक आपां कर लिया सीगा। वन ऑफ द रब्ड मटीरीअल लूजिज इलैक्ट्रॉन, किसी एक बॉडी दे विच इलैक्ट्रॉन लूज हो जाणगे रब करन दे नाल, ते ओह जिहड़ी लूज ऑफ इलैक्ट्रॉन वाली बॉडी होएगी वो पॉजिटिवली चार्ज बन जाएगी, एंड जिहड़ी बॉडी कोल इलैक्ट्रॉन गेन हो जाणगे वो बन जाएगी अपने कोल नैगेटिवली चार्जड बॉडी। ठीक है, ये एक मैथड सीगा किसी ऑब्जैक्ट नूं चार्ज करन दा फ्रिक्शन दे नाल। ठीक है, सैकेंड मैथड है अपने कोल चार्जिंग बाय फिजिकल कॉन्टैक्ट। मीनस आपां दो बॉडीज़ लित्तियां, सिद्धा ही आपां दोनां नूं फिजिकल कॉन्टैक्ट दे विच ले आए, बॉडी ए बॉडी बी नूं सिद्धा ही बॉडी पॉइंट ऑफ कॉन्टैक्ट दे विच ले आए। ठीक है, इफ एन अनचार्जड कंडक्टर इज़ टच्ड विद द चार्ज कंडक्टर, मान लो ए बॉडी है जिहड़ी चार्जड कंडक्टर है, ए बॉडी चार्ज कंडक्टर है सपोज कर लो, एंड बी बॉडी जिहड़ी है वो अनचार्ज कंडक्टर है। ठीक है, जदों असीं किसी अनचार्ज कंडक्टर नूं चार्जड कंडक्टर दे नाल फिजिकल कॉन्टैक्ट दे विच ले आने आ, मीनस फिजिकल कॉन्टैक्ट विदाउट एनी गैप। ठीक है, दैन द अनचार्जड कंडक्टर, एक किसी चार्ज कंडक्टर लैता उहदे कोल चार्ज सी, अनचार्ज कंडक्टर है, न्यूट्रल है, उहदे उत्ते कोई चार्ज नहीं है, बट जदों आपां फिजिकल कॉन्टैक्ट दे विच लैके आवांगे अनचार्ज कंडक्टर दे विच भी चार्ज एग्जिस्ट हो जाएगा। ठीक है, तो एग्जिस्ट भी सिमिलर चार्ज होएगा जिहड़ा चार्ज चार्जड कंडक्टर दे कोल सीगा, मीनस अनचार्ज कंडक्टर दा चार्ज भी चार्ज कंडक्टर दे इक्वल हो जाएगा जदों असीं दोहां नूं फिजिकल कॉन्टैक्ट दे थ्रू रब करांगे। ठीक है, इत्थे मैं लिखिआ है, if an uncharged conductor is touched with the charged conductor, then uncharged conductor may acquire the similar charge to the charged conductor। दोहां नूं असीं रब कीता, एक चार्ज सी एक अनचार्ज सीगा, दोहां दा चार्ज रबिंग होने तो बाद फिजिकल कॉन्टैक्ट होने तो बाद दोहां दा सिमिलर चार्ज हो जाएगा। ठीक है, बिकॉज क्यों होया ये चीज़, बिकॉज सम ऑफ द चार्जिज आर शेयर्ड एट द पॉइंट ऑफ कॉन्टैक्ट। ये जिहड़ा पॉइंट ऑफ कॉन्टैक्ट है इत्थे कुछ जिहड़े चार्जिस ने वो शेयर हो जाणगे। ठीक है, वंडे जाणगे, जिस दे नाल बॉडी भी जिहड़ी अनचार्ज सीगी वो भी चार्जड हो जाएगी। ठीक है, एंड थर्ड मैथड है अपने कोल चार्जिंग बाय इंडक्शन।
ਸਿਮਿਲਰ ਆਪਾਂ ਦੋ ਬੋਡੀਜ਼ ਲਵਾਂਗੇ, ਬੋਡੀ B ਐਂਡ ਬੋਡੀ A ਐਂਡ ਬੋਡੀ B। ਇੱਥੇ ਜਿਹੜਾ ਹੈ ਇਸ ਪ੍ਰੋਸੈਸ ਦੇ ਨਾਲ ਇੱਕ ਨਿਊਟਰਲ ਕੰਡਕਟਰ ਹੈ, ਬੋਡੀ B ਨੂੰ ਅਸੀਂ ਨਿਊਟਰਲ ਕੰਡਕਟਰ ਸਪੋਜ਼ ਕਰ ਲੈਂਦੇ ਹਾਂ। ਨਿਊਟਰਲ ਕੰਡਕਟਰ ਨੂੰ ਇਸ ਮੈਥਡ ਦੇ ਨਾਲ ਅਸੀਂ ਇਲੈਕਟ੍ਰੀਕਲੀ ਚਾਰਜਡ ਕਰਾਂਗੇ ਜਦੋਂ ਉਸ ਨੂੰ ਇੱਕ ਚਾਰਜਡ ਕੰਡਕਟਰ ਦੇ ਨੀਅਰ ਲਿਆਂਦਾ ਜਾਏਗਾ। ਬੋਡੀ A ਅਸੀਂ ਚਾਰਜਡ ਲੈ ਲਈ, ਬੋਡੀ B ਅਸੀਂ ਨਿਊਟਰਲ ਲੈ ਲਈ, ਠੀਕ ਹੈ। ਚਾਰਜਿੰਗ ਬਾਈ ਇੰਡਕਸ਼ਨ ਦਾ ਮਤਲਬ ਕੀ ਹੈ ਵੀ ਅਸੀਂ ਚਾਰਜਡ ਬੋਡੀ ਨੂੰ ਨਿਊਟਰਲ ਬੋਡੀ ਦੇ ਨੀਅਰ ਲੈ ਕੇ ਜਾਵਾਂਗੇ। ਚਾਰਜ ਬਾਈ ਫਿਜ਼ੀਕਲ ਕਾਂਟੈਕਟ ਨਹੀਂ ਕਰਨਾ, ਠੀਕ ਹੈ, ਮਤਲਬ ਉਹਨਾਂ ਦਾ ਕਾਂਟੈਕਟ ਨਹੀਂ ਹੋਣਾ ਚਾਹੀਦਾ, ਉਹ ਜਸਟ ਉਹਦੇ ਕੋਲੇ ਲੈ ਕੇ ਜਾਣਾ ਹੈ, ਤਾਂ ਵੀ ਬੋਡੀ B ਜਿਹੜੀ ਹੈ ਉਹ ਇਲੈਕਟ੍ਰੀਕਲੀ ਚਾਰਜਡ ਹੋ ਜਾਏਗੀ। ਇਸ ਮੈਥਡ ਦਾ ਨਾਮ ਹੈ ਚਾਰਜਿੰਗ ਬਾਈ ਇੰਡਕਸ਼ਨ, ਠੀਕ ਹੈ। ਇਸ 'ਤੇ ਇੱਕ ਐਕਸਪੈਰੀਮੈਂਟ ਵੀ ਹੈ, ਉਹ ਅਸੀਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ।